ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ, ਜਿਸ ਵਿੱਚ ਅਸੀਂ ਤੁਹਾਨੂੰ ਪੀਰਾਂ ਫਕੀਰਾਂ ਦੇ ਕਲਮੇ, ਸ਼ਬਦ ਅਤੇ ਸਾਧਨਾ ਬਾਰੇ ਦੱਸਦੇ ਹਾਂ। ਸਾਡੇ ਵੱਲੋਂ ਦੱਸੇ ਜਾਣ ਵਾਲੇ ਜਿੰਨੇ ਵੀ ਕਲਮੇ ਹਨ, ਪੀਰਾਂ ਦੇ ਸ਼ਬਦ ਹਨ, ਇਹ ਸਾਰੇ ਨੂਰੀ ਹਨ ਔਰ ਇਹ ਸਾਰੇ ਅਸੀਂ ਕਿਸੇ ਕਾਮਲ ਮੁਰਸ਼ਦ ਦੀ ਮਦਦ ਨਾਲ, ਉਹਨਾਂ ਦੀ ਇਜਾਜ਼ਤ ਨਾਲ ਇਹ ਆਪਣੇ ਚੈਨਲ 'ਤੇ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਆਪਣੇ ਚੈਨਲ 'ਤੇ ਅਪਲੋਡ ਕਰ ਰਹੇ ਹਾਂ। ਸੋ ਜੋ ਅੱਜ ਅਸੀਂ ਤੁਹਾਨੂੰ ਕਲਮਾ ਦੇਣ ਜਾ ਰਹੇ ਹਾਂ, ਸਖੀ ਸਰਵਰ ਸੁਲਤਾਨ ਲੱਖ ਦਾਤਾ ਲਾਲਾਂ ਵਾਲਾ ਪੀਰ ਉਹਨਾਂ ਦਾ ਹੈ, ਜਿਨ੍ਹਾਂ ਦੇ 4 ਨਿਗਾਹੇ ਹਨ, 4 ਪੀਰ ਨਗਾਏ ਹਨ। ਔਰ ਉਹਨਾਂ ਦਾ ਸਭ ਤੋਂ ਵੱਡਾ ਜੋ ਪੀਰ ਨਗਾਇਆ ਹੈ ਉਹ ਪਾਕਿਸਤਾਨ ਦੇ ਵਿੱਚ ਮੁਲਤਾਨ ਸ਼ਹਿਰ ਦੇ ਅੰਦਰ ਸਖੀ ਸਰਵਰ ਸ਼ਹਿਰ ਹੈ, ਜੋ ਕਿ ਉਸ ਸ਼ਹਿਰ ਦਾ ਨਾਮ ਸਰਕਾਰ ਦੇ ਨਾਮ ਤੋਂ ਪਿਆ ਸੀ। ਔਰ ਉਹ ਸ਼ਹਿਰ ਅੱਜ ਵੀ ਆਬਾਦ ਹੈ। ਉੱਥੇ ਸਰਕਾਰ ਦਾ ਰੋਜ਼ਾ ਬਣਿਆ ਹੋਇਆ ਹੈ, ਜੋ ਉਹਨਾਂ ਦਾ ਸਰੀਰ ਮੁਬਾਰਕ ਹੈ ਉੱਥੇ ਹੀ ਦਫਨਾਇਆ ਹੋਇਆ ਹੈ। ਸੋ ਉੱਥੇ ਉਹਨਾਂ ਦਾ ਰੋਜ਼ਾ ਬਣਿਆ ਹੋਇਆ ਹੈ। ਉੱਥੇ ਹੀ ਸਰਕਾਰ ਨੇ ਜਿੱਥੇ ਆਪਣੇ ਪੈਰਾਂ 'ਤੇ ਖੜੇ ਹੋ ਕੇ ਬੰਦਗੀ ਕੀਤੀ ਸੀ, ਉੱਥੇ ਸਰਕਾਰ ਦੇ ਪੈਰਾਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ। ਔਰ ਸਰਕਾਰ ਜਦੋਂ ਉਸ 'ਤੇ ਭਗਤੀ ਕਰ ਰਹੀ ਸੀ ਤਾਂ ਉਹਨਾਂ ਦੇ ਉੱਪਰ ਦੁਸ਼ਮਣਾਂ ਨੇ ਪਹਾੜ ਦੇ ਉੱਪਰੋਂ ਪੱਥਰ ਸਿੱਟੇ ਸਨ। ਸੋ ਇੱਕ ਬਹੁਤ ਵੱਡਾ ਪੱਥਰ ਸਰਕਾਰ ਵੱਲ ਜਦੋਂ ਆਉਂਦਾ ਹੈ ਤਾਂ ਉਹਨਾਂ ਦੇ ਜੋ ਦੋਸਤ ਹੁੰਦੇ ਹਨ, ਉਹ 4 ਦੋਸਤ ਹੁੰਦੇ ਹਨ। 2 ਤਾਂ ਉਹਨਾਂ ਨੂੰ ਉਸ ਪੱਥਰ ਨੂੰ ਦੇਖ ਕੇ ਦੌੜ ਜਾਂਦੇ ਹਨ ਔਰ 2 ਜੋ ਪੱਕੇ ਦੋਸਤ ਹੁੰਦੇ ਹਨ ਸਰਕਾਰ ਦੇ ਨਾਲ ਬੈਠੇ ਰਹਿੰਦੇ ਹਨ। ਸੋ ਪੱਥਰ ਜਦੋਂ ਸਰਕਾਰ ਵੱਲ ਆਉਂਦਾ ਹੈ ਤਾਂ ਸਰਕਾਰ ਆਪਣੇ ਪੰਜੇ ਨਾਲ ਉਸ ਨੂੰ ਰੋਕ ਦਿੰਦੇ ਹਨ। ਸੋ ਅੱਜ ਵੀ ਉਹ ਪੱਥਰ ਉੱਥੇ ਮੌਜੂਦ ਹੈ, ਜਿਸ ਉੱਪਰ ਸਖੀ ਸਰਵਰ ਸੁਲਤਾਨ ਲੱਖ ਦਾਤਾ ਲਾਲਾਂ ਵਾਲੇ ਪੀਰ ਦਾ ਪੰਜਾ ਮੁਬਾਰਕ ਹੈ। ਸੋ ਦੂਰੋਂ ਦੁਨੀਆ ਉੱਥੇ ਆਉਂਦੀ ਹੈ ਔਰ ਇਹ ਸਭ ਜੋ ਉਹਨਾਂ ਦੇ ਕੌਤਕ ਜਲਵੇ ਦੇਖਦੇ ਹਨ। ਔਰ ਉੱਥੇ ਹੀ ਸਰਕਾਰ ਦਾ ਚਸ਼ਮਾ ਹੈ, ਜਿੱਥੇ ਸਰਕਾਰ ਨੇ ਅੰਨੇ ਨੂੰ ਅੱਖਾਂ ਦਿੱਤੀਆਂ ਸਨ, ਗੂੰਗੇ ਨੂੰ ਜ਼ੁਬਾਨ ਦਿੱਤੀ ਸੀ ਔਰ ਖੁਸਰਾ ਸੀ ਜੋ ਉਸ ਨੂੰ ਮਰਦ ਬਣਾਇਆ ਸੀ। ਸੋ ਉਸੇ ਚਸ਼ਮੇ ਵਿੱਚ ਉਹਨਾਂ ਨੇ ਇਸ਼ਨਾਨ ਕੀਤਾ ਸੀ। ਸੋ ਉਹ ਅੱਜ ਵੀ ਉੱਥੇ ਹੀ ਮੌਜੂਦ ਹੈ। ਸੋ ਅੱਜ ਆਪਾਂ ਸਖੀ ਸਰਵਰ ਸੁਲਤਾਨ ਲੱਖ ਦਾਤਾ ਜੀ ਦਾ ਕਲਮਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਸੋ ਕਲਮਾ ਬਹੁਤ ਹੀ ਸ਼ਕਤੀਸ਼ਾਲੀ ਹੈ ਔਰ ਇਹ ਕਲਮਾ ਸੀ ਆਪਣੇ ਕਾਮਲ ਮੁਰਸ਼ਦ ਅਤੇ ਉਹਨਾਂ ਦੀ ਸਹਾਇਤਾ ਨਾਲ, ਉਹਨਾਂ ਦੀ ਮਦਦ ਲੈ ਕੇ ਔਰ ਉਹਨਾਂ ਦੀ ਇਜਾਜ਼ਤ ਲੈ ਕੇ ਤੁਹਾਨੂੰ ਇਹ ਨੈੱਟ 'ਤੇ ਮੁਹੱਈਆ ਕਰ ਰਹੇ ਹਾਂ, ਤਾਂ ਜੋ ਤੁਸੀਂ ਪੜ੍ਹੋ ਅਤੇ ਇਸ ਦਾ ਫਾਇਦਾ ਉਠਾਓ ਔਰ ਤੁਸੀਂ ਆਪਣਾ ਅਤੇ ਹੋਰਾਂ ਦਾ ਭਲਾ ਕਰ ਸਕੋ। ਸੋ ਕਲਮਾ ਇਸ ਤਰ੍ਹਾਂ ਹੈ। ਕਲਮਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਲਮਾ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਤੁਸੀਂ ਪੜ੍ਹਨਾ ਹੈ ਤਾਂ 101 ਵਾਰੀ, 501 ਵਾਰੀ ਜਾਂ 1100 ਵਾਰੀ ਜਾਂ 1001 ਵਾਰੀ ਯਾ ਸਖੀ ਸਰਵਰ, ਯਾ ਸਖੀ ਸਰਵਰ, ਯਾ ਸਖੀ ਸਰਵਰ ਦਾ ਬਿਰਧ ਕਰਨਾ ਹੈ। ਸੋ ਉਸ ਤੋਂ ਬਾਅਦ ਜੇਕਰ ਤੁਸੀਂ 101 ਵਾਰੀ ਯਾ ਸਖੀ ਸਰਵਰ ਦਾ ਬਿਰਧ ਕਰੋਗੇ ਤਾਂ ਤੁਹਾਨੂੰ 1.5 ਮਿੰਟ ਲੱਗੇਗਾ ਔਰ ਤੁਸੀਂ ਵੱਧ ਤੋਂ ਵੱਧ ਜਿੰਨਾ ਵੱਧ ਬਿਰਧ ਕਰੋਗੇ, 500 ਵਾਰੀ, 1000 ਵਾਰੀ, 1100 ਵਾਰੀ, ਵੱਧ ਤੋਂ ਵੱਧ 12 ਜਾਂ 13 ਮਿੰਟ ਲੱਗਣਗੇ ਯਾ ਸਖੀ ਸਰਵਰ, ਯਾ ਸਖੀ ਸਰਵਰ ਸ਼ਬਦ ਦਾ ਉਚਾਰਨ ਕਰਨਾ ਹੈ। ਸੋ ਇਸ ਦਾ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਵੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਜੋ ਅਸੀਂ ਕਲਮਾ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਵਿੱਚ ਤੁਸੀਂ ਵੱਧ ਤੋਂ ਵੱਧ ਮਹਾਰਤ ਹਾਸਲ ਕਰੋਗੇ ਔਰ ਤੁਸੀਂ ਜ਼ਿਆਦਾ ਫੈਜ਼ ਲੈ ਸਕੋਗੇ ਇਸ ਕਲਮੇ ਤੋਂ। ਸੋ ਯਾ ਸਖੀ ਸਰਵਰ ਦਾ ਬਿਰਧ ਕਰਨ ਨਾਲ ਜੋ ਅਸੀਂ ਕਲਮਾ ਦੱਸਣ ਜਾ ਰਹੇ ਹਾਂ ਉਸ ਵਿੱਚ ਦੁੱਗਣੀ ਤੁਹਾਡੇ ਅੰਦਰ ਤਾਸੀਰ ਪੈਦਾ ਹੋ ਜਾਵੇਗੀ, ਦੁੱਗਣਾ ਅਸਰ ਪੈਦਾ ਹੋ ਜਾਵੇਗਾ। ਸੋ ਕਲਮਾ ਇਸ ਤਰ੍ਹਾਂ ਹੈ, ਬਿਸਮਿਲ੍ਲਾ ਰਹਿਮਾਨੇ ਰਹੀਮ। ਯਾ ਸਖੀ ਸਰਵਰ ਸੁਲਤਾਨ ਲੱਖ ਦਾਤਾ ਪੀਰਾ, ਜਲ ਤੂੰ ਜਲਾਲ ਤੂੰ, ਕੁਦਰਤ ਤੂੰ ਕਮਾਲ ਤੂੰ, ਹਰ ਵੇਲੇ ਨਾਲ ਤੂੰ ਕਰੀ ਮੁਸ਼ਕਿਲਾਂ ਆਸਾਨ, ਬਖਸ਼ੀ ਨੈਣ ਤੇ ਪ੍ਰਾਣ ਤੂੰ ਸਖੀ ਪੀਰ ਮੇਰਾ, ਭਾਵੇਂ ਮੁਰਦਿਆਂ ਵਿੱਚ ਜਾਨ, ਤੇਰੀ ਕੱਕੀ ਘੋੜੀ ਨੂੰ ਤਾਰੇ ਕਰਨ ਸਲਾਮ,
ਦਾਤਾ ਤੇਰਾ ਉੱਚਾ ਰੁਤਬਾ ਮਹਾਨ, ਤੇਰਾ ਤਾਲੀ ਮੈਂ ਮਹਿਬੂਬਾ, ਤੈਨੂੰ ਦੀਨ ਦੁਨੀਆ ਦਾ ਸੂਬਾ। 14 ਤਪਕ ਦਿੱਤੇ ਤੁਹਾਨੂੰ ਸਾਰੇ ਲੁਤਫ ਬੇਪਰਵਾਹੀ ਦੇ, ਜਿਸ ਵੇਲੇ ਤੈਨੂੰ ਯਾਦ ਕਰਾਂ ਹਾਜ਼ਰ ਹੋਣੀ ਉਸੇ ਵੇਲੇ। ਨਾਲ ਤੇਰੇ ਭੈਰੋ ਜਤੀ ਆਵੇ, ਜੋ ਭੂਤ ਪ੍ਰੇਤ ਯਾਦੂ ਮਸਾਨ ਕੀਤਾ ਕਰਾਇਆ। ਹਰ ਤਰ੍ਹਾਂ ਦਾ ਸਾਇਆ ਬੁਰੀ ਬਲਾ ਨੂੰ ਮਾਰ ਮੁਕਾਵੇ। ਹੇ ਸਖੀ ਸਰਵਰ ਲੱਖ ਦਾਤਾ ਪੀਰਾ, ਤੇਰੇ ਨਾਮ ਤੋਂ ਸਵੇਰ ਹੋਵੇ, ਤੇਰੇ ਨਾਮ ਤੋਂ ਰਾਤ। ਆ ਕੇ ਪੁੱਛ ਮੇਰੀ ਗਰੀਬ ਦੀ ਬਾਤ, ਬਾਹੋਂ ਫੜ ਕੇ ਪਾਰ ਲੰਘਾ ਪੀਰਾ। ਤੇਰੇ ਹੱਥ ਵਿੱਚ ਰੱਬ ਦੀਆਂ ਲਿਖੀਆਂ ਤਕਦੀਰਾਂ, ਸਾਡੀ ਤਕਦੀਰ ਵੀ ਬਦਲ ਪੀਰਾ। ਖੋਲ ਸਾਡੇ ਕਾਰੋਬਾਰ, ਖਤਮ ਕਰੋ ਕੰਗਾਲੀ, ਤੇਰੇ ਭਰੇ ਖਜ਼ਾਨੇ ਨੂਰ ਦੇ, ਜਿਹਨੂੰ ਚਾਵੇਂ ਉਸ ਨੂੰ ਬਖਸ਼ੇ। ਉੱਚੇ ਰੁਤਬੇ ਬੇਪਰਵਾਹੀ ਦੇ, ਹਰ ਵੇਲੇ ਤੁਹਾਨੂੰ ਪੁਕਾਰਾਂ, ਮੈਨੂੰ ਤਲਬ ਤੁਹਾਡੀ ਜੀ। ਆਪ ਦੀ ਮਹਿਫਲ ਵਿੱਚ ਸਭ ਖਵਾਜ ਗਾਨ, ਓਲੀਏ ਵਲੀ ਆਉਂਦੇ ਦਰਸ਼ਨ ਕਰਨ ਤੇਰਾ। ਦੁਨੀਆ ਦੇ ਰੰਗ ਫਿੱਕੇ ਲੱਗਦੇ, ਕਰਾਂ ਦਰਸ਼ਨ ਤੇਰਾ। ਹੁਣ ਇਹੀ ਮਕਸਦ ਮੇਰਾ, ਮੈਂ ਨਿਮਾਣਾ ਤੇਰੇ ਅੱਗੇ, ਮੇਰਾ ਕੋਈ ਵਸ ਨਾ ਚੱਲੇ। ਦਿਲ ਵਿੱਚ ਮੇਰੇ ਇਹੋ ਪੀਰਾ, ਕਰਮ ਕਰੋ ਮੇਰੇ ਸੱਜੇ ਖੱਬੇ ਯਾ ਪੀਰਾ। ਆਓ ਹੋ ਕੇ ਕੱਕੀ ਘੋੜੀ ਤੇ ਸਵਾਰ, ਨਾਲ ਚੱਲਣ ਪੀਰ ਤੇਰੇ ਹਜ਼ਾਰ। ਮੈਨੂੰ ਬਖਸ਼ੋ ਆਪਣਾ ਫੈਜ਼ ਇਲਾਹੀ, ਵਾਸਤਾ ਗੋਸ ਪਾਕ ਮੌਲਾ ਅਲੀ ਮੁਹੰਮਦ ਮੁਸਤਫਾ ਦਾ। ਆ ਬਾਬਾ ਸਖੀ ਸਰਵਰ ਲੱਖ ਦਾਤਾ, ਦੇਖਾਂ ਤੇਰੀ ਚੜ੍ਹਾਈ ਦਾ ਤਮਾਸ਼ਾ। ਲਾ ਇਲਾਹਾ ਇल्लल्लाह ਮੁਹੰਮਦ ਪਾਕ ਰਸੂਲ ਅੱਲਾ। ਸੋ ਦੋਸਤੋ, ਇਹ ਸਰਕਾਰ ਦਾ ਕਲਮਾ ਸੀ। ਔਰ ਇੱਕ ਵਾਰੀ ਮੈਂ ਤੁਹਾਨੂੰ ਹੋਰ ਬੋਲ ਕੇ ਦੱਸ ਦਿੰਦਾ ਹਾਂ। ਬਿਸਮਿल्लाहिर्रहमानिर्रहीम। या सखी सरवर सुल्तान लख दाता पीरा, जल तू जलाल तू कुदरत तू कमाल, तू हर वेले नाल, तू करी मुश्किलां आसान, बख्शी नैण ते प्राण तू सखी। पीर मेरा पावें मुरदियां विच जान, तेरी कक्की घोड़ी नूं तारे करन सलाम। दाता तेरा उच्चा रुतबा महान, तेरा ताली मैं महबूबा, तैनूं दीन दुनिया दा सूबा। 14 तपक दित्ते तुहानूं सारे लुत्फ बेपरवाही दे, जिस वेले तैनूं याद करा हाज़र होवीं उसे वेले। नाल तेरे भैरो जती आवे, जो भूत प्रेत यादू मसान कीता कराया। हर तरह दा साया बुरी बला नूं मार मुकावे। हे सखी सरवर लख दाता पीरा, तेरे नाम तो सवेर होवे, तेरे नाम तो रात। आके पुछ मेरी गरीब दी बात, बाहों फड़ के पार लंघा पीरा। तेरे हथ विच रब दीआं लिखियां तकदीरां, साडी तकदीर भी बदल पीरा। खोल साडे कारोबार, खत्म करो कंगाली, तेरे भरे खजाने नूर दे, जिहनूं चावें उस नूं बख्शे। ਉੱਚੇ ਰੁਤਬੇ ਬੇਪਰਵਾਹੀ ਦੇ, हर वेले तुहानूं पुकारां, मैनूं तलब तुहाडी जी। आप दी महफल विच सब ख्वाज गान, ओलीए वली आउंदे दर्शन करन तेरा। दुनिया दे रंग फिक्के लगदे, करां दर्शन तेरा। हुण यही मकसद मेरा, मैं नहीं माना तेरे अगे, मेरा कोई वस ना चले। दिल विच मेरे एहो पीरा, करम करो मेरे सज्जे खब्बे या पीरा। आओ हो के कक्की घोड़ी ते सवार, नाल चलन पीर तेरे हज़ार। मैनू बख्शो अपना फैज़ इलाही, वास्ता गोस पाक मौला अली मुहम्मद मुस्तफा दा। आ बाबा सखी सरवर लख दाता, देखा तेरी चढ़ाई का तमाशा। ला इलाहा इल्लल्लाह मुहम्मद पाक रसूल अल्लाह। सो प्यारे दोस्तों, ये सरकार जी का कलमा सी। होर तुहानूं दसदे आ इस दी हुण विधि। दोस्तों, ये सरकार का कलमा सी और विधि इस तरह है। साफ सुथरे कपड़े पा के, साफ सुथरे कपड़े पा के, नहा के, हथ मूँह धो के। और जेकर तुसी पाक साफ हो तो हथ मूँह धो लवो, जेकर पाक साफ नहीं हो तो नहा लो और साफ सुथरे कपड़े पा लो। और जदों पढ़ना है तो अपने कपड़ियां ते थोड़ा जिहा इत्र या परफ्यूम छिड़क लो, उसका छिड़काव कर लो। और ये जमीन ते बैठ के पढ़ना है। और जिथे भी पढ़ के बैठना है तो तुसी इक्को जगह होवे तां वधिया गल है, एक थां ते बैठ के पढ़ो हर रोज़।
ਇੱਕ ਜਗ੍ਹਾ ਨਿਸ਼ਚਿਤ ਕਰ ਲਿਓ ਔਰ ਕੋਸ਼ਿਸ਼ ਕਰਿਓ ਕਿ ਕਮਰਾ ਜੋ ਵੀ ਪਾਕ ਸਾਫ਼ ਹੋਵੇ ਔਰ ਜਿੱਥੇ ਤੁਸੀਂ ਬੈਠ ਕੇ ਪੜ੍ਹਨਾ ਹੈ ਉੱਥੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਨ ਵਾਲਾ ਨਾ ਹੋਵੇ, ਕੋਈ ਡਿਸਟਰਬ ਨਾ ਕਰਨ ਵਾਲਾ ਹੋਵੇ। ਔਰ ਕੋਸ਼ਿਸ਼ ਕਰਿਓ ਕਿ ਕਲਮੇ ਨੂੰ ਤੁਸੀਂ ਮੂੰਹ ਜ਼ਬਾਨੀ ਯਾਦ ਕਰ ਸਕੋ, ਇਸ ਨੂੰ ਕੰਠ ਕਰ ਸਕੋ ਔਰ ਤਾਂ ਜੋ ਤੁਸੀਂ ਅੰਤਰ ਧਿਆਨ ਹੋ ਕੇ ਇਸ ਨੂੰ ਪੜ੍ਹ ਸਕੋ। ਅਗਰ ਤੁਸੀਂ ਵੈਸੇ ਪੜ੍ਹਨਾ ਚਾਹੁੰਦੇ ਹੋ ਤਾਂ ਉਸ ਤਰ੍ਹਾਂ ਵੀ ਪੜ੍ਹ ਸਕਦੇ ਹੋ। ਔਰ ਇਹ ਤੁਹਾਨੂੰ ਜੇਕਰ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰੋਗੇ, ਜ਼ੁਬਾਨੀ ਕੰਠ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹ ਤੁਹਾਨੂੰ ਜ਼ੁਬਾਨੀ ਕੰਠ ਹੋ ਜਾਵੇਗਾ। ਸੋ ਕੰਠ ਕਰਨ ਦਾ ਫਾਇਦਾ ਇਹ ਹੋ ਜਾਂਦਾ ਹੈ ਕਿ ਤੁਸੀਂ ਇਸ ਨੂੰ ਅੰਤਰ ਧਿਆਨ ਹੋ ਕੇ ਅੱਖਾਂ ਬੰਦ ਕਰਕੇ ਪੜ੍ਹ ਸਕਦੇ ਹੋ ਸਰਕਾਰ ਦਾ ਇਹ ਕਲਮਾ। ਔਰ ਇਸ ਕਲਮੇ ਵਿੱਚ ਬਹੁਤ ਹੀ ਜ਼ਿਆਦਾ ਤਾਕਤ ਹੈ। ਔਰ ਤੁਸੀਂ ਜਿਸ ਕਮਰੇ ਵਿੱਚ ਬੈਠ ਕੇ ਪੜ੍ਹਨਾ ਹੈ ਤਾਂ ਕੋਸ਼ਿਸ਼ ਕਰ ਲਿਓ ਕਿ ਉੱਤੇ ਅਗਰਬੱਤੀ ਜਾਂ ਧੂਪ ਦਿਖਾ ਲਿਓ ਤਾਂ ਜੋ ਕਮਰਾ ਹੈ ਜੋ ਖੁਸ਼ਬੂਦਾਰ ਹੋ ਜਾਵੇ। ਔਰ ਦੋਸਤੋ ਇੱਕ ਗਲਾਸ ਪਾਣੀ ਦਾ ਲੈ ਕੇ ਯਾ ਸਖੀ ਸਰਵਰ ਯਾ ਸਖੀ ਸਰਵਰ 11 ਵਾਰੀ ਜਾਂ 21 ਵਾਰੀ ਪੜ੍ਹ ਕੇ ਉਸ ਪਾਣੀ ਦਾ ਛੱਟਾ ਕਮਰੇ ਦੇ ਅੰਦਰ ਮਾਰ ਦਿਓ ਤਾਂ ਜੋ ਜਦੋਂ ਇਨਸਾਨ ਬੰਦਗੀ 'ਤੇ ਬੈਠਦਾ ਹੈ ਤਾਂ ਕਈ ਵਾਰੀ ਘਰ ਦੇ ਵਿੱਚ ਨੈਗੇਟਿਵ ਚੀਜ਼ਾਂ ਹੁੰਦੀਆਂ ਹਨ ਜਾਂ ਮੰਨ ਲਓ ਕੀਤਾ ਕਰਾਇਆ ਜਾਂ ਕੋਈ ਅਣਦੇਖਾ ਆਤਮਾ ਜਾਂ ਭੂਤ ਪ੍ਰੇਤ ਹੁੰਦੇ ਆ, ਸੋ ਸਾਨੂੰ ਕਾਮਯਾਬ ਨਹੀਂ ਹੋਣ ਦਿੰਦੇ। ਜੇਕਰ ਉਹ ਕਮਰੇ ਦੇ ਵਿੱਚ ਹੋਣਗੇ ਤਾਂ ਤੁਹਾਡੇ ਨਾਲ ਸ਼ਰਾਰਤਬਾਜ਼ੀ ਕਰਨਗੇ। ਇਸ ਕਰਕੇ ਤੁਸੀਂ ਕਮਰੇ ਦੇ ਅੰਦਰ ਯੱਲ ਦੇ ਛੱਟੇ ਮਾਰ ਲਓ ਇੱਕ ਗਲਾਸ ਪਾਣੀ ਦਾ ਲੈ ਕੇ ਯਾ ਸਖੀ ਸਰਵਰ ਯਾ ਸਖੀ ਸਰਵਰ 21 ਵਾਰੀ ਪੜ੍ਹ ਕੇ ਪਾਣੀ ਦਾ ਛੱਟਾ ਮਾਰ ਦਿਓ ਔਰ ਤੁਸੀਂ ਕਮਰਾ ਪਾਕ ਸਾਫ਼ ਹੋ ਜਾਵੇਗਾ ਔਰ ਤੁਸੀਂ ਫਿਰ ਬੈਠ ਕੇ ਉੱਥੇ ਜਾਪ ਕਰੋ ਇਸ ਕਲਮੇ ਦਾ। ਔਰ ਦੋਸਤੋ ਇਸ ਕਲਮੇ ਦਾ ਪੂਰਾ ਫਾਇਦਾ ਉਠਾਉਣ ਵਾਸਤੇ ਤੁਸੀਂ ਇਸ ਦਾ ਪੂਰਾ ਫਾਇਦਾ ਔਰ ਜੋ ਤੁਹਾਨੂੰ ਦੱਸਿਆ ਕਿ ਯਾ ਸਖੀ ਸਰਵਰ ਯਾ ਸਖੀ ਸਰਵਰ ਯਾ ਸਖੀ ਸਰਵਰ ਇਸ ਦਾ ਬਿਰਧ ਕਰਨਾ ਹੈ ਤੁਸੀਂ ਕਲਮਾ ਪੜ੍ਹਨ ਤੋਂ ਪਹਿਲਾਂ। ਉਹ ਤੁਸੀਂ 5 ਮਿੰਟ ਕਰ ਸਕਦੇ ਹੋ, 10 ਮਿੰਟ ਕਰ ਸਕਦੇ ਹੋ ਔਰ ਕੋਸ਼ਿਸ਼ ਕਰਿਓ ਕਿ ਇੱਕ ਹੀ ਗਿਣਤੀ ਦੇ ਵਿੱਚ ਕਰਿਓ। ਜੇਕਰ ਤੁਸੀਂ ਯਾ ਸਖੀ ਸਰਵਰ ਦਾ ਬਿਰਧ 500 ਵਾਰੀ ਕਰਨਾ ਹੈ ਤਾਂ ਤੁਹਾਨੂੰ 5 ਮਿੰਟ ਲੱਗਣਗੇ ਔਰ ਯਾ ਸਖੀ ਸਰਵਰ ਦਾ ਬਿਰਧ ਕਰਨਾ ਹੈ ਜੇਕਰ ਤੁਸੀਂ ਇਸ ਕਲਮੇ ਨੂੰ ਹੋਰ ਜ਼ਿਆਦਾ ਤਾਕਤਵਰ ਹੋਣਾ ਚਾਹੁੰਦੇ ਹੋ, ਹੋਰ ਜ਼ਿਆਦਾ ਇਸ ਦਾ ਫਾਇਦਾ ਲੈਣਾ ਚਾਹੁੰਦੇ ਹੋ, ਤਸੀਰ ਜ਼ਿਆਦਾ ਪੈਦਾ ਕਰਨੀ ਚਾਹੁੰਦੇ ਹੋ, ਇਸ ਜੋ ਕਲਮੇ ਦੀ ਕੁਵਤ ਜ਼ਿਆਦਾ ਬਰਕਰਾਰ ਕਰਨਾ ਚਾਹੁੰਦੇ ਹੋ, ਤੁਹਾਡੀ ਜ਼ੁਬਾਨ 'ਤੇ ਅਸਰ ਜ਼ਿਆਦਾ ਹੋਵੇ ਤਾਂ ਯਾ ਸਖੀ ਸਰਵਰ ਜੋ ਸ਼ਬਦ ਹੈ ਉਸ ਦਾ ਬਿਰਧ ਕਰਨਾ ਹੈ। ਉਹ ਤੁਸੀਂ ਕਰਿਓ 500 ਵਾਰੀ 1000 ਵਾਰੀ। ਜੇਕਰ ਤੁਸੀਂ 1000 ਵਾਰੀ ਜਾਂ 1100 ਵਾਰੀ ਵੀ ਕਰੋਗੇ ਤਾਂ 10 ਮਿੰਟ ਲੱਗਣਗੇ ਤੁਹਾਨੂੰ, ਕਿਉਂਕਿ ਅਸੀਂ ਕੀਤਾ ਹੋਇਆ ਸਾਨੂੰ ਪਤਾ ਹੈ 10 ਕੁ ਮਿੰਟ ਲੱਗਣਗੇ। ਉਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਫੈਜ਼ ਹਾਸਲ ਹੋਵੇਗਾ। ਔਰ ਜਦੋਂ ਤੁਸੀਂ ਇਸ ਕਲਮੇ ਨੂੰ ਪੜ੍ਹਨਾ ਸ਼ੁਰੂ ਕਰ ਦੇਵੋਗੇ ਤਾਂ ਤੁਹਾਨੂੰ 10 ਦਿਨ 11 ਦਿਨ ਲੱਗਣਗੇ। 11ਵੇਂ ਦਿਨ ਤੁਹਾਨੂੰ ਜੋ ਕਿ ਸੁਪਨੇ ਆਉਣੇ ਸ਼ੁਰੂ ਹੋ ਜਾਣਗੇ। ਕਈ ਸਰਕਾਰ ਦੇ ਗੁਲਾਮ ਜਾਂ ਸਰਕਾਰ ਤੁਹਾਡੇ ਸੁਪਨਿਆਂ 'ਚ ਜਾਂ ਕਈ ਪੀਰ ਫਕੀਰ ਤੁਹਾਡੇ ਸੁਪਨੇ ਵਿੱਚ ਆਉਣ ਲੱਗ ਪੈਣਗੇ ਔਰ ਉਹ ਆਦੇਸ਼ ਹੋਵੇਗਾ ਕਿ ਤੁਸੀਂ ਜੋ ਮੰਜ਼ਿਲ ਫੜੀ ਹੈ ਉਸ ਵੱਲ ਕਾਮਯਾਬ ਹੋ ਰਹੇ ਹੋ। ਔਰ ਦੋਸਤੋ ਇਹ ਜੋ ਕਲਮਾ ਹੈ ਬਹੁਤ ਹੀ ਪਾਵਰਫੁਲ ਸ਼ਕਤੀਸ਼ਾਲੀ ਹੈ। ਸੋ ਤੁਸੀਂ ਸਾਡੇ ਦੱਸੇ ਤਰੀਕੇ ਨਾਲ ਪੜ੍ਹਿਓ ਫਿਰ ਕਾਮਯਾਬ ਹੋਵੋਗੇ। 500 ਵਾਰੀ ਜਾਂ 1100 ਵਾਰੀ ਯਾ ਸਖੀ ਸਰਵਰ ਯਾ ਸਖੀ ਸਰਵਰ ਪੜ੍ਹਨਾ ਬਹੁਤ ਹੀ ਜ਼ਰੂਰੀ ਹੈ। ਤੁਸੀਂ ਯਾ ਸਖੀ ਸਰਵਰ ਨੂੰ ਖੁੱਲ੍ਹਾ ਵੀ ਪੜ੍ਹ ਸਕਦੇ ਹੋ। 5 ਮਿੰਟ 10 ਮਿੰਟ ਪੜ੍ਹੋ। 10 ਮਿੰਟ ਅੱਖਾਂ ਬੰਦ ਕਰਕੇ ਯਾ ਸਖੀ ਸਰਵਰ ਪੜ੍ਹੋ ਤਾਂ ਜੋ ਕਲਮਾ ਹੈ ਉਸ ਦੀ ਤਾਸੀਰ ਬਹੁਤ ਜ਼ਿਆਦਾ ਵੱਧ ਜਾਵੇ ਔਰ ਤੁਸੀਂ ਫਾਇਦਾ ਉਠਾ ਸਕੋ। ਦੋਸਤੋ ਜੋ ਵੀ ਕੋਈ ਵੀ ਤੁਹਾਨੂੰ ਕਲਮਾ ਜਾਂ ਗੁਰੂ ਜਾਂ ਕੋਈ ਵੀ ਦਿੰਦਾ ਹੈ ਤਾਂ ਉਸ ਦੇ ਦੱਸੇ ਹੋਏ ਨਿਰਦੇਸ਼ ਦਾ ਪਾਲਣ ਕਰਨਾ ਜ਼ਰੂਰੀ ਹੈ, ਫਿਰ ਹੀ ਕਾਮਯਾਬੀ ਮਿਲਦੀ ਹੈ। ਸੋ ਮੈਂ ਇਹ ਤੁਹਾਨੂੰ ਵਾਰ-ਵਾਰ ਇਸ ਕਰਕੇ ਕਹਿ ਰਿਹਾ ਹਾਂ ਕਿ ਯਾ ਸਖੀ ਸਰਵਰ ਦਾ ਬਿਰਧ ਕਰਨਾ ਜ਼ਰੂਰੀ ਹੈ। ਇਸ ਕਲਮੇ ਤੋਂ ਪਹਿਲਾਂ ਮੈਂ ਵਾਰ-ਵਾਰ ਤੁਹਾਨੂੰ ਇਸ ਲਈ ਸਮਝਾ ਰਿਹਾ ਹਾਂ
ਤਾਂ ਜੋ ਤੁਹਾਡੀ ਕੀਤੀ ਹੋਈ ਮਿਹਨਤ ਬੇਕਾਰ ਨਾ ਜਾਵੇ। ਜੇਕਰ ਤੁਸੀਂ ਉਹ ਕਲਮਾ ਇਕੱਲਾ ਵੀ ਪੜ੍ਹੋਗੇ ਤਾਂ ਉਸ ਦੇ ਫੈਜ਼ ਤੁਹਾਨੂੰ ਜ਼ਰੂਰ ਹੋਣਗੇ, ਪਰ ਜਦੋਂ ਯਾ ਸਖੀ ਸਬਰ ਸ਼ਬਦ ਪਹਿਲਾਂ ਉਸ ਦਾ ਉਚਾਰਨ ਕਰੋਗੇ ਤੁਸੀਂ 10 ਮਿੰਟ, ਤਾਂ ਤੁਹਾਨੂੰ ਪੂਰਾ ਫਾਇਦਾ, ਕੋਈ ਕਸ਼ਟ ਨਹੀਂ ਆਵੇਗਾ, ਪੂਰਾ ਫਾਇਦਾ ਤੁਸੀਂ ਉਸ ਦਾ ਲੈ ਸਕੋਗੇ, ਤੁਹਾਨੂੰ ਕੋਈ ਮੁਸ਼ਕਲ ਨਹੀਂ ਆਵੇਗੀ। ਸੋ ਦੋਸਤੋ, ਇਸ ਵਿੱਚ ਪਰਹੇਜ਼, ਮੀਟ, ਆਂਡਾ, ਸ਼ਰਾਬ, ਇਹ ਚੀਜ਼ਾਂ ਨਹੀਂ ਤੁਸੀਂ ਖਾਣੀਆਂ, ਔਰ ਪਾਕ ਸਾਫ਼ ਰਹਿਣਾ ਹੈ, ਆਪਣੇ ਮਨ ਨੂੰ ਸਾਫ਼ ਰੱਖਣਾ ਹੈ, ਆਪਣੀ ਨੀਅਤ ਸਾਫ਼ ਰੱਖਣੀ ਹੈ, ਔਰ ਲੜਾਈ ਝਗੜਾ ਔਰ ਕਿਸੇ ਦੀ ਬੁਰਾਈ ਚੁਗਲੀ ਤੋਂ ਦੂਰ ਰਹਿਣਾ ਹੈ, ਕਿਉਂਕਿ ਪਾਕ ਸਾਫ਼ ਪਾਵਰਾਨ, ਜਦੋਂ ਅਸੀਂ ਪਾਕ ਸਾਫ਼ ਰਵਾਂਗੇ ਤਾਂ ਇਹ ਫਿਰ ਹੀ ਸਾਡੇ ਨਜ਼ਦੀਕ ਹੋਣਗੀਆਂ ਔਰ ਫਿਰ ਹੀ ਸਾਡੇ ਨਾਲ ਸਾਰੇ ਤਾਲੁਕਾਤ ਕਰਨਗੀਆਂ। ਸੋ ਮੇਰਾ ਵਾਅਦਾ ਹੈ ਦੋਸਤੋ, ਜੇਕਰ ਮੇਰੇ ਦੱਸੇ ਤਰੀਕੇ ਨਾਲ ਪੜ੍ਹੋਗੇ ਤਾਂ ਤੁਹਾਨੂੰ 10 ਦਿਨਾਂ ਦੇ ਅੰਦਰ ਹੀ ਜੋ ਫੈਜ਼ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਕਲਮੇ ਦਾ। ਸੋ ਇਸ ਕਲਮੇ ਦੇ ਨਾਲ ਤੁਸੀਂ ਭੂਤ ਪ੍ਰੇਤ, ਕੀਤਾ ਕਰਾਇਆ, ਜਾਦੂ ਟੂਣਾ, ਸਾਰੇ ਅਸਰ ਤੁਹਾਡੇ ਘਰ ਦੇ ਵਿੱਚੋਂ ਖਤਮ ਹੋ ਜਾਣਗੇ। ਔਰ ਜੋ ਇਹ ਕਲਮਾ ਹੈ, ਇਹ ਕਲਮਾ ਤੁਹਾਡੇ ਨਾਲ ਚੱਲਣ ਲੱਗ ਪਵੇਗਾ, ਇਸ ਦਾ ਅਸਰ ਤੁਹਾਡੀ ਜ਼ੁਬਾਨ ਦੇ ਵਿੱਚ ਆ ਜਾਵੇਗਾ। ਔਰ ਜਦੋਂ ਵੀ ਤੁਸੀਂ ਕਿਸੇ ਮੁਸ਼ਕਲ ਹਾਲਤ ਵਿੱਚ ਹੋਵੋਗੇ, ਜਾਂ ਮੰਨ ਲਓ ਕਿਸੇ ਵੀ ਤਰ੍ਹਾਂ ਦਾ ਕੋਈ ਬਾਧਾ ਆਵੇਗੀ ਭੂਤ ਪ੍ਰੇਤ ਜਾਂ ਕਿਸੇ ਵੀ ਤਰ੍ਹਾਂ ਦੀ, ਤਾਂ ਤੁਸੀਂ ਪ੍ਰੈਕਟੀਕਲ ਤੌਰ 'ਤੇ 1 ਗਲਾਸ ਪਾਣੀ ਲੈ ਕੇ ਇਹ ਕਲਮਾ ਪੜ੍ਹ ਕੇ ਤਾਂ ਜੋ ਮਰੀਜ਼ ਹੋਵੇਗਾ ਉਸ ਨੂੰ ਪਿਆਇਓ, ਤਾਂ ਉਸ ਨੂੰ ਰਾਹਤ ਮਿਲੇਗੀ। ਇੱਕ ਕਲਮੇ ਦੇ ਹਜ਼ਾਰਾਂ ਰਸਤੇ ਹੁੰਦੇ ਹਨ, ਹਜ਼ਾਰਾਂ ਤਰੀਕੇ ਹੁੰਦੇ ਹਨ, ਉਸ ਤੋਂ ਆਪਾਂ ਹਜ਼ਾਰਾਂ ਕੰਮ ਲੈ ਸਕਦੇ ਹਾਂ। ਔਰ ਦਿਮਾਗ ਆਪਣਾ ਹੈ ਕਿ ਆਪਾਂ ਇਸ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ। ਸੋ ਜੇਕਰ ਕਿਸੇ ਚੀਜ਼ ਦੀ ਸਮਝ ਨਾ ਆਵੇ ਤਾਂ ਤੁਸੀਂ ਸਾਨੂੰ ਕਮੈਂਟ ਵਿੱਚ ਦੱਸ ਸਕਦੇ ਹੋ, ਅਸੀਂ ਤੁਹਾਨੂੰ ਕਮੈਂਟ ਦੇ ਵਿੱਚ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾਂਗੇ। ਇਸ ਕਲਮੇ ਨੂੰ ਦੋਸਤੋ ਤੁਸੀਂ ਸ਼ਾਮ ਨੂੰ ਪੜ੍ਹ ਸਕਦੇ ਹੋ, ਰਾਤ ਨੂੰ ਪੜ੍ਹ ਸਕਦੇ ਹੋ, 9 ਵਜੇ ਤੋਂ ਬਾਅਦ 10 ਦੇ ਕਰੀਬ ਤੁਸੀਂ ਪੜ੍ਹ ਸਕਦੇ ਹੋ। ਔਰ ਜਿੰਨੀ ਜ਼ਿਆਦਾ ਤੁਸੀਂ ਮਿਹਨਤ ਕਰੋਗੇ ਓਨਾ ਹੀ ਤੁਹਾਨੂੰ ਜ਼ਿਆਦਾ ਫਲ ਮਿਲੇਗਾ। ਉਹ ਜੋ ਕਲਮੇ ਦੀ ਗਿਣਤੀ ਹੈ ਉਹ ਤੁਸੀਂ 11 ਵਾਰੀ ਪੜ੍ਹ ਸਕਦੇ ਹੋ, 21 ਵਾਰੀ ਪੜ੍ਹ ਸਕਦੇ ਹੋ। ਤੁਸੀਂ ਉਸ ਕਲਮਾ ਜੋ ਤੁਹਾਨੂੰ ਦੱਸਿਆ ਹੈ ਉਸ ਨੂੰ 21 ਵਾਰੀ, 11 ਵਾਰੀ, 41 ਵਾਰੀ ਪੜ੍ਹ ਸਕਦੇ ਹੋ। ਉਹ ਤੁਹਾਡੀ ਹਿੰਮਤ ਹੈ, ਤੁਹਾਡੀ ਮਿਹਨਤ ਹੈ। ਸੋ ਤੁਸੀਂ ਕਿੰਨਾ ਪੜ੍ਹ ਸਕਦੇ ਹੋ ਉਸ ਨੂੰ। ਔਰ ਯਾਦ ਰੱਖਣਾ, ਮੈਂ ਤੁਹਾਨੂੰ ਫਿਰ ਨੋਟ ਕਰਵਾ ਰਿਹਾ ਹਾਂ ਕਿ ਇਸ ਜੋ ਕਲਮੇ ਦੀ ਚਾਬੀ ਹੈ ਉਹ ਹੈ ਯਾ ਸਖੀ ਸਰਵਰ, ਯਾ ਸਖੀ ਸਰਵਰ। ਸੋ ਜਿਸ ਤਰ੍ਹਾਂ ਜਿੱਦਾਂ ਖੁੱਲ੍ਹਣ ਲਈ ਚਾਬੀ ਦੀ ਲੋੜ ਪੈਂਦੀ ਹੈ, ਸੋ ਇਸੇ ਕਲਮੇ ਦੀ ਚਾਬੀ ਦਾ ਨਾਮ ਯਾ ਸਖੀ ਸਰਵਰ ਹੈ। ਇਸ ਕਲਮੇ ਨੂੰ ਚਾਹੇ ਤੁਸੀਂ 11 ਵਾਰੀ ਪੜ੍ਹਿਓ, 21 ਵਾਰੀ ਪੜ੍ਹਿਓ, ਪਰ ਵੱਧ ਤੋਂ ਵੱਧ ਯਾ ਸਖੀ ਸਰਵਰ ਦਾ ਕਲਮਾ ਪੜ੍ਹਨ ਤੋਂ ਪਹਿਲਾਂ ਬਿਰਧ ਕਰਨਾ ਹੈ। ਉਹ ਤੁਸੀਂ 20 ਮਿੰਟ ਕਰ ਸਕਦੇ ਹੋ, ਅੱਧਾ ਘੰਟਾ ਕਰ ਸਕਦੇ ਹੋ। ਜੇਕਰ ਤੁਸੀਂ 20 ਮਿੰਟ ਕਰਦੇ ਹੋ ਤਾਂ ਤੁਹਾਡੇ ਵਾਰੇ ਨਿਆਰੇ ਹੋ ਜਾਣਗੇ। ਸੋ ਮੇਰੇ ਕਹਿਣ ਮੁਤਾਬਕ ਤੁਸੀਂ 20 ਮਿੰਟ, 15 ਮਿੰਟ ਯਾ ਸਖੀ ਸਰਵਰ ਦਾ ਬਿਰਧ ਕਰਿਓ, ਔਰ ਫਿਰ 21 ਵਾਰੀ ਜਾਂ 11 ਵਾਰੀ, 41 ਵਾਰੀ ਇਸ ਕਲਮੇ ਨੂੰ ਪੜ੍ਹੋ। ਔਰ ਜੋ ਦੋਸਤੋ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਬਹੁਤ ਪੀਰ ਤੁਹਾਡੇ ਸੁਪਨੇ ਵਿੱਚ ਆਉਣ ਲੱਗ ਜਾਣਗੇ। ਜੇਕਰ ਤੁਹਾਡੇ ਘਰ ਕੋਈ ਕੀਤਾ ਕਰਾਇਆ ਤਾਂ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਤੁਸੀਂ ਉਹਨਾਂ ਨੂੰ ਮਾਰ ਰਹੇ ਹੋ, ਜਾਂ ਕੋਈ ਰੂਹ ਆ ਰਹੀ ਹੈ ਔਰ ਭੂਤਾਂ ਪ੍ਰੇਤਾਂ ਨੂੰ ਮਾਰ ਰਹੀ ਹੈ ਔਰ ਤੁਹਾਨੂੰ ਬਚਾ ਰਹੀ ਹੈ। ਸੋ ਉਹ ਜੋ ਪੁਆਇੰਟ ਦੇਖਣ ਵਾਲਾ ਹੁੰਦਾ ਹੈ ਕਿ ਤੁਹਾਨੂੰ ਤੁਹਾਡੇ ਕਲਮੇ ਦੀ ਕਾਮਯਾਬੀ ਮਿਲ ਰਹੀ ਹੈ। ਸੋ ਇਸ ਨੂੰ ਤੁਸੀਂ 41 ਦਿਨ ਅਗਰ ਇਸ ਦਾ ਸਾਧਨਾ ਕਰਨਾ ਚਾਹੁੰਦੇ ਹੋ, ਇਸ ਨੂੰ ਸਿੱਧ ਕਰਨਾ ਚਾਹੁੰਦੇ ਹੋ ਕਲਮੇ ਨੂੰ, ਤਾਂ ਘੱਟੋ ਘੱਟ 41 ਦਿਨ ਲਗਾਤਾਰ ਪੜ੍ਹਨਾ ਹੈ। ਔਰ ਤੁਸੀਂ ਜੇਕਰ ਸਾਧਨਾ ਦੇ ਰੂਪ ਨਾਲ ਨਹੀਂ ਪੜ੍ਹਨਾ ਤਾਂ ਖੁੱਲ੍ਹਾ ਪੜ੍ਹ ਸਕਦੇ ਹੋ, ਪਰ 41 ਦਿਨ ਜ਼ਰੂਰੀ ਹੈ ਤਾਂ ਜੋ ਇਸ ਦਾ ਅਸਰ ਪੈਦਾ ਹੋ ਜਾਵੇ। ਔਰ ਬਾਅਦ ਵਿੱਚ ਤੁਸੀਂ ਨਾਗਾ ਵੀ ਪੈ ਜਾਵੇ 1-2 ਦਿਨ ਤਾਂ ਕੋਈ ਚੱਕਰ ਨਹੀਂ ਆ। ਇਸ ਨੂੰ ਹਰ ਰੋਜ਼ ਪੜ੍ਹੋ। ਔਰ ਜੇਕਰ ਤੁਹਾਡੇ ਕੰਮਕਾਰ ਬੰਦ ਹਨ, ਭੂਤ ਪ੍ਰੇਤ, ਕੀਤਾ ਕਰਾਇਆ ਕੁਛ ਵੀ ਹੈ, ਉਹ ਵੀ ਖਤਮ ਹੋ ਜਾਵੇਗਾ। ਘਰ ਵਿੱਚ ਲੜਾਈ ਝਗੜਾ ਰਹਿੰਦਾ ਹੈ ਤਾਂ ਉਹ ਵੀ ਖਤਮ ਹੋ ਜਾਵੇਗਾ। ਔਰ ਦੋਸਤੋ ਪ੍ਰਸ਼ਾਦ ਜੋ ਤੁਸੀਂ ਨਿਆਜ਼ ਦਾ ਬਣਾਉਣਾ ਹੈ, ਨਿਆਜ਼ ਦਾ ਪ੍ਰਸ਼ਾਦ ਇਸ ਵਿੱਚ ਚੱਲੇਗਾ। ਸੋ ਪਹਿਲਾਂ ਜੋ ਵੀਡੀਓ ਅਸੀਂ ਬਣਾਈਆਂ ਹਨ ਉਹਨਾਂ ਵਿੱਚ ਕਲਮੇ ਦੱਸੇ ਹਨ, ਉਹਨਾਂ ਵਾਂਗ ਹੀ ਇਸ ਦੀ ਵਿਧੀ ਹੈ। ਇਸ ਨੂੰ ਵੀ ਤੁਸੀਂ ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ
ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਲਾਗੇ ਕਿਸੇ ਮਜ਼ਾਰ ਤੇ ਜੇਕਰ ਲੱਖਾਂ ਦੇ ਦਾਤੇ ਦਾ ਦਰਬਾਰ ਹੈ, ਸਖੀ ਸਰਵਰ ਲੱਖ ਦਾਤਾ ਜੀ ਦਾ ਦਰਬਾਰ ਹੈ, ਤਾਂ ਫਿਰ ਤਾਂ ਬਹੁਤ ਹੀ ਵਧੀਆ ਸੋਨੇ ਤੇ ਸੁਹਾਗਾ ਉਸ ਦਰਬਾਰ ਵਿੱਚ ਜਾਓ ਔਰ ਉੱਥੇ ਇੱਕ ਚਾਦਰ ਚੜਾਓ। 100 ਰੁਪਏ ਦੀ ਚਾਦਰ 150 ਰੁਪਏ ਦੀ ਆ ਜਾਂਦੀ ਹੈ। ਸੋ ਉਹ ਇੱਕ ਰਾਜ ਹੈ। ਸੋ ਮਹਿੰਗੀਆਂ ਜਾਂ ਸਸਤੀਆਂ ਚਾਦਰਾਂ ਦਾ ਕੋਈ ਚੱਕਰ ਨਹੀਂ ਹੁੰਦਾ, ਇਹ ਸਿਰਫ ਰਾਜ ਹੈ ਚਾਦਰ ਦਾ। ਉਸ ਦਰਬਾਰ ਤੇ ਚਾਦਰ ਲੈ ਕੇ ਜਾਓ, 5 ਫੁੱਲ 5 ਲੱਡੂ 5 ਅਗਰਬੱਤੀਆਂ ਉਸ ਦਰਬਾਰ ਤੇ ਚੜਾਓ ਅਤੇ ਫਰਿਆਦ ਮੰਗੋ, ਫਰਿਆਦ ਕਰੋ, ਦੁਆ ਮੰਗੋ ਕਿ ਸਰਕਾਰ ਮੈਂ ਜਿਸ ਵੀ ਕਲਮੇ ਨੂੰ ਪੜ੍ਹਨ ਜਾ ਰਿਹਾ ਉਸ ਵਿੱਚ ਮੈਨੂੰ ਫੈਜ਼ ਮਿਲੇ, ਮੈਂ ਕਾਮਯਾਬ ਹੋਵਾਂ, ਕੋਈ ਮੁਸ਼ਕਿਲ ਪਰੇਸ਼ਾਨੀ ਕੋਈ ਰੁਕਾਵਟ ਨਾ ਆਵੇ। ਔਰ ਉਸ ਦਰਬਾਰ ਤੇ ਦੁਆ ਮੰਗੋ। ਜੇਕਰ ਲੱਖਾਂ ਦੇ ਦਾਤੇ ਦਾ ਦਰਬਾਰ ਹੈ ਤਾਂ ਉਸ 'ਤੇ ਜ਼ਿਆਦਾ ਵਧੀਆ ਹੋਵੇਗਾ। ਜੇਕਰ ਲੱਖ ਦਾਤਾ ਜੀ ਦਾ ਦਰਬਾਰ ਨਹੀਂ ਹੈ, ਕਿਸੇ ਹੋਰ ਪੀਰ ਫਕੀਰ ਫਲੀ ਦਾ ਦਰਬਾਰ ਹੈ, ਤੁਸੀਂ ਉੱਥੇ ਜਾ ਸਕਦੇ ਹੋ। ਲੱਖ ਦਾਤਾ ਜੀ ਦਾ ਨਾਮ ਲੈ ਕੇ ਉੱਥੇ ਹੀ ਚਾਦਰ ਦੇ ਸਕਦੇ ਹੋ ਔਰ ਉਹ ਚਾਦਰ ਤੁਹਾਡੀ ਮਨਜ਼ੂਰ ਹੋਵੇਗੀ, ਪ੍ਰਸ਼ਾਦ ਮਨਜ਼ੂਰ ਹੋਣਗੇ। ਔਰ ਦੁਆ ਕਰਨੀ ਹੈ ਕਿ ਪੀਰ ਸਾਹਿਬ ਮੈਂ ਜੋ ਇਹ ਕਲਮਾ ਪੜ੍ਹਨਾ ਹੈ ਇਸ ਵਿੱਚ ਮੈਨੂੰ ਕਾਮਯਾਬੀ ਮਿਲੇ, ਕੋਈ ਮੁਸ਼ਕਿਲ ਪਰੇਸ਼ਾਨੀ ਨਾ ਆਵੇ। ਸੋ ਫਿਰ ਆ ਕੇ ਵੀਰਵਾਰ ਤੋਂ ਇਸ ਨੂੰ ਤੁਸੀਂ ਸ਼ੁਰੂ ਕਰ ਲਓ ਸ਼ਾਮ ਨੂੰ। ਔਰ ਦੋਸਤੋ ਜੋ ਨਿਆਜ਼ ਹੈ ਉਹ ਤੁਸੀਂ ਜਦੋਂ ਵੀਰਵਾਰ ਤੋਂ ਸ਼ੁਰੂ ਕਰੋਗੇ, ਜੇਕਰ ਤੁਸੀਂ 41 ਦਿਨ ਪੜ੍ਹਨਾ ਹੈ ਤਾਂ ਉਸ ਵਿੱਚ 5 ਵਾਰੀ ਤੁਹਾਨੂੰ ਪ੍ਰਸ਼ਾਦ ਹੈ ਜੋ ਨਿਆਜ਼ ਦਾ ਉਹ ਦੇਣਾ ਪਵੇਗਾ। ਜਦੋਂ ਪੜ੍ਹਨਾ ਹੈ ਤਾਂ ਨਿਆਜ਼ ਬਣਾ ਕੇ ਕੋਲ ਰੱਖ ਲਵੋ ਜਾਂ ਸਖੀ ਸਰਵਰ ਦਾ ਬਿਰਧ ਕਰੋ ਔਰ ਦੁਆ ਕਰੋ ਸਖੀ ਸਰਵਰ ਸਰਕਾਰ ਅੱਗੇ ਕਿ ਇਹ ਜੋ ਨਿਆਜ਼ ਹੈ ਇਸ ਨੂੰ ਮਨਜ਼ੂਰ ਕਰੋ ਔਰ ਕਲਮਾ ਪੜ੍ਹੋ। ਕਲਮਾ ਪੜ੍ਹ ਕੇ ਦੁਆ ਕਰੋ, ਸਰਕਾਰ ਜੀ ਇਹ ਨਿਆਜ਼ ਮਨਜ਼ੂਰ ਕਰੋ ਔਰ ਮੈਨੂੰ ਕਾਮਯਾਬੀ ਦੇਵੋ। ਔਰ ਦੋਸਤੋ ਤੁਸੀਂ ਬਾਅਦ ਵਿੱਚ ਜਦੋਂ ਪਾਠ ਕਰਕੇ ਉੱਠਣਾ ਹੈ ਉਸ ਨਿਆਜ਼ ਨੂੰ ਖਾ ਸਕਦੇ ਹੋ, ਵੰਡ ਸਕਦੇ ਹੋ। ਜੇਕਰ ਵੰਡੋਗੇ ਜ਼ਿਆਦਾ ਵਧੀਆ ਹੈ। ਔਰ ਪੰਛੀਆਂ ਜਾਨਵਰਾਂ ਨੂੰ ਪਾ ਸਕਦੇ ਹੋ। ਔਰ ਦੋਸਤੋ ਇਹ ਕੰਮ ਕਰੋ ਸੋ ਤੁਹਾਨੂੰ ਆਪਣੇ ਆਪ ਹੀ ਦਿਨੋ ਦਿਨ ਤੁਹਾਡੀ ਮਿਹਨਤ ਕਿਸੇ ਦੀ ਵੀ ਖਾਲੀ ਨਹੀਂ ਜਾਂਦੀ। ਤੁਹਾਡੀ ਮਿਹਨਤ ਤੁਹਾਨੂੰ ਖੁਸ਼ੀਆਂ ਨਾਲ ਭਰ ਦੇਵੇਗੀ। ਸਰਕਾਰ ਦੇ ਫੈਜ਼ ਆਉਣੇ ਸ਼ੁਰੂ ਹੋ ਜਾਣਗੇ, ਜੋ ਚੀਜ਼ਾਂ ਤੁਸੀਂ ਕਦੇ ਜ਼ਿੰਦਗੀ 'ਚ ਨਹੀਂ ਦੇਖੀਆਂ। ਉਮੀਦ ਕਰਦਾ, ਮੈਂ ਗਰੰਟੀ ਦਿੰਦਾ ਕਿ ਤੁਹਾਨੂੰ 10 ਦਿਨ 11 ਦਿਨਾਂ ਤੋਂ ਬਾਅਦ ਜੋ ਸਾਰਾ ਕੁਝ ਦਿਸਣ ਲੱਗ ਜਾਵੇਗਾ। ਜੇਕਰ ਕੀਤਾ ਕਰਾਇਆ ਹੈ ਤਾਂ ਤੁਹਾਨੂੰ ਸੁਪਨਿਆਂ ਦੇ ਵਿੱਚ ਹੀ ਕਈ ਕੁਝ ਦਿਸਣ ਲੱਗ ਜਾਵੇਗਾ, ਤੁਹਾਨੂੰ ਪਹਿਲਾਂ ਹੀ ਚਾਨਣ ਆਉਣਾ ਸ਼ੁਰੂ ਹੋ ਜਾਵੇਗਾ। ਸੋ ਦੋਸਤੋ ਮਾਫ਼ ਕਰਨਾ, ਵੀਡੀਓ ਲੰਬੀ ਹੈ। ਜੇਕਰ ਮੈਂ ਵੀਡੀਓ ਦੇ ਵਿੱਚ ਸਾਰੀਆਂ ਗੱਲਾਂ ਨਾ ਦੱਸਾਂ ਤਾਂ ਤੁਹਾਨੂੰ ਪਤਾ ਕਿੱਦਾਂ ਲੱਗੇਗਾ। ਜੇਕਰ ਮੈਂ 5 ਮਿੰਟ ਦੀ ਵੀਡੀਓ ਬਣਾਵਾਂ ਜਾਂ 10 ਮਿੰਟ ਦੀ ਤਾਂ ਉਸ ਵਿੱਚ ਇਹ ਸਾਰੀਆਂ ਗੱਲਾਂ ਨੋਟ ਨਹੀਂ ਕੀਤੀਆਂ ਜਾ ਸਕਦੀਆਂ, ਨਾ ਹੀ ਤੁਹਾਨੂੰ ਚੰਗੀ ਤਰ੍ਹਾਂ ਸਮਝਾਇਆ ਜਾ ਸਕਦਾ ਹੈ। ਸੋ ਦੋਸਤੋ ਮੈਂ ਤੇਜ਼ ਬੋਲ ਰਿਹਾ ਤਾਂ ਵੀ ਕੁਝ ਗੱਲਾਂ ਰਹਿ ਗਈਆਂ ਦੱਸਣ ਵਾਲੀਆਂ। ਜੇਕਰ ਮੈਂ ਉਹ ਵੀ ਦੱਸਾਂਗਾ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ। ਜੇਕਰ ਤੁਸੀਂ ਇਸ ਵੀਡੀਓ ਦੇ ਰਿਲੇਟਡ ਕੋਈ ਸਾਨੂੰ ਸਵਾਲ ਜਾਂ ਜਵਾਬ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰੋ, ਅਸੀਂ ਤੁਹਾਡੇ ਹਰ ਪ੍ਰਸ਼ਨ ਦਾ ਜਵਾਬ ਦੇਵਾਂਗੇ। ਸੋ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ, ਤਦ ਤੱਕ ਲਈ ਸਲਾਮ। ਔਰ ਸਾਡੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਿਓ ਔਰ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਉਸ ਚੈਨਲ ਨੂੰ ਔਰ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਆਮ ਦੁਨੀਆ ਜੋ ਦੁਖੀ ਹੈ ਉਹਨਾਂ ਦਾ ਵੀ ਭਲਾ ਹੋ ਸਕੇ। ਸੋ ਦੋਸਤੋ ਸਲਾਮ ਸਾਰਿਆਂ ਨੂੰ।